ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ ਭਗਤ ਧੰਨਾ ਜੀ। ਸਤਿਗੁਰ ਨਾਨਕ ਜੀ ਦੇ ਅਵਤਾਰ ਧਾਰਨ ਤੋਂ ਕੋਈ 53 ਸਾਲ ਪਹਿਲਾਂ ਬੰਬਈ ਦੇ ਕੋਲ ਪਿੰਡ ਧੋਆਣਾ ਦੇ ਵਿੱਚ ਮਾਤਾ ਗੰਗਾ ਜੀ ਅਤੇ ਪਿਤਾ ਹਾਥੀ ਰਾਮ ਦੇ ਘਰ ਭਗਤ ਧੰਨਾ ਜੀ ਦਾ ਜਨਮ ਹੋਇਆ। ਭਗਤ ਧੰਨਾ ਜੀ ਦਾ ਗੋਤ ਹਰਚਿਤਵਾਲ ਸੀ। ਆਪ ਦਾ ਮਾਈ ਬਾਪ ਜ਼ਮੀਨ ਵਾਹ ਕੇ ਅਤੇ ਪਸ਼ੂ ਪਾਲ ਕੇ ਗੁਜ਼ਾਰਾ ਕਰਦਾ ਸੀ। ਉਹ ਬਹੁਤ ਗਰੀਬ ਸਨ। ਜਦੋਂ ਧੰਨਾ ਰਤਾ ਕੋ ਹੁਸ਼ਿਆਰ ਹੋਇਆ ਤਾਂ ਉਹਨਾਂ ਨੇ ਆਪ ਨੂੰ ਡੰਗਰ ਚਾਰਨ ਤੇ ਲਾ ਦਿੱਤਾ। ਉਹ ਹਰ ਰੋਜ਼ ਡੰਗਰ ਚਾਰਨ ਜਾਇਆ ਕਰਦੇ ਸੀ, ਮਿਹਨਤ ਕਰਦੇ ਸੀ। ਗਰੀਬ ਵਾਸਤੇ ਇਹੀ ਸਭ ਕੁਝ ਸੀ। ਭਗਤ ਧੰਨਾ ਜੀ ਛੋਟੀ ਉਮਰ ਦੇ ਹੀ ਸੀ ਜਦੋਂ ਉਹਨਾਂ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਸੀ। ਪਿੰਡ ਦੇ ਬਾਹਰ ਇੱਕ ਕੱਚੇ ਤਲਾਅ ਦੇ ਕੰਢੇ ਇੱਕ ਠਾਕੁਰ ਦਾ ਦਵਾਰਾ ਸੀ। ਉਸ ਵਿੱਚ ਬਹੁਤ ਸਾਰੀਆਂ ਠਾਕਰਾਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਸਨ। ਉਹਨਾਂ ਮੂਰਤੀਆਂ ਦੀ ਪੂਜਾ ਹੁੰਦੀ ਸੀ। ਲੋਕ ਸਵੇਰੇ ਜਾ ਕੇ ਮੱਥਾ ਟੇਕਦੇ ਤੇ ਚੜਾਵਾ ਚੜਾ ਕੇ ਆਉਂਦੇ ਸੀ। ਅਸਲ ਵਿੱਚ ਪਿੰਡ ਦੇ ਬ੍ਰਾਹਮਣ ਵਾਸਤੇ ਉਸ ਦੀ ਰੋਟੀ ਦਾ ਪ੍ਰਬੰਧ ਸੀ। ਉਹ ਰੋਟੀ ਖਾਈ ਜਾਂਦਾ ਸੀ। ਉਸ ਪੰਡਤ ਨੂੰ ਠਾਕੁਰਾਂ ਦੀ ਪੂਜਾ ਕਰਦਿਆਂ, ਇਸ਼ਨਾਨ ਕਰਾਉਂਦਿਆਂ ਤੇ ਟਲ ਖੜਕਾਉਂਦਿਆਂ ਹੋਇਆਂ ਰੋਜ਼ ਧੰਨਾ ਭਗਤ ਦਿਖਦਾ। ਉਹ ਬਾਲਕ ਮਨ ਹੀ ਮਨ ਸੋਚਦਾ ਕਿ ਇਹ ਕੀ ਕੌਤਕ ਹੈ। ਇੱਕ ਦਿਨ ਉਸਨੇ ਪੰਡਤ ਜੀ ਨੂੰ ਪੁੱਛ ਹੀ ਲਿਆ ਕਿ ਕੀ ਮਾਮਲਾ ਹੈ। ਬ੍ਰਾਹਮਣ ਨੇ ਉੱਤਰ ਦਿੱਤਾ, ਭਾਈ, ਠਾਕੁਰਾਂ ਦੀ ਸੇਵਾ ਹੈ। ਜੋ ਸੇਵਾ ਕਰੇ ਉਹਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ। ਤਾਂ ਧੰਨੇ ਭਗਤ ਨੇ ਸੋਚਿਆ ਕਿ ਜੇ ਠਾਕੁਰ ਦੀ ਪੂਜਾ ਕਰਨ ਨਾਲ ਸੱਚ ਹੀ ਠਾਕੁਰ ਪ੍ਰਸੰਨ ਹੋ ਜਾਣ ਤਾਂ ਘਰ ਦੀਆਂ ਲੋੜਾਂ ਤਾਂ ਸਾਰੀਆਂ ਪੂਰੀਆਂ ਕਰ ਲਵਾਂ। ਗਰੀਬੀ ਚਲੀ ਜਾਵੇ ਤੇ ਸੁੱਖ ਦਾ ਸਾਹ ਆਵੇ। ਮਾਂ-ਬਾਪ ਨੇ ਤਾਂ ਗਰੀਬੀ ਕੱਟੀ, ਹੁਣ ਉਹ ਤਾਂ ਸੁੱਖ ਦਾ ਸਾਹ ਲਵੇ। ਆਖਰ ਇੱਕ ਦਿਨ ਸਵੇਰੇ ਹੀ ਘਰੋਂ ਉੱਠ ਕੇ ਧੰਨਾ ਠਾਕੁਰ ਦੁਆਰੇ ਚਲਿਆ ਗਿਆ। ਅੱਗੇ ਪੰਡਤ ਜੀ ਪੂਜਾ ਕਰ ਰਹੇ ਸੀ। ਜਦੋਂ ਪੂਜਾ ਕਰਕੇ ਹਟਿਆ ਤਾਂ ਧੰਨੇ ਨੇ ਹੱਥ ਜੋੜ ਕੇ ਆਖਿਆ, ਪੰਡਤ ਜੀ, ਭਲਾ ਇਹ ਤਾਂ ਦੱਸੋ ਕਿ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਹੋ ਇਹ ਕੀ ਦਿੰਦੇ ਹਨ? ਧੰਨਿਆ, ਇਹਨਾਂ ਦੀ ਪੂਜਾ ਕੀਤਿਆਂ ਸਭ ਕੁਝ ਮਿਲਦਾ ਹੈ। ਇਹ ਦੇਵਤੇ ਹਨ, ਭਗਵਾਨ ਹਨ, ਜੋ ਮੰਗੀਏ ਸੋ ਦਿੰਦੇ ਨੇ। ਕਿਰਪਾ ਕਰੋ ਤਾਂ ਇੱਕ ਠਾਕੁਰ ਮੈਨੂੰ ਵੀ ਦੇ ਦਿਓ, ਮੈਂ ਵੀ ਪੂਜਾ ਕਰਿਆ ਕਰਾਂ। ਜਦੋਂ ਠਾਕੁਰ ਪ੍ਰਸੰਨ ਹੋਣ ਤਾਂ ਕੁਝ ਮੰਗ ਲਵਾਂਗਾ। ਮੈਂ ਬੜਾ ਗਰੀਬ ਹਾਂ। ਪੰਡਤ ਨੇ ਕਿਹਾ, ਤੇਰੇ ਕੋਲ ਠਾਕੁਰਾਂ ਪ੍ਰਸੰਨ ਨਹੀਂ ਹੋਣਾ। ਧੰਨੇ ਨੇ ਹੈਰਾਨ ਹੋ ਕੇ ਪੁੱਛਿਆ, ਕਿਉਂ ਪੰਡਤ ਜੀ? ਤੈਨੂੰ ਆਖ ਜੋ ਦਿੱਤਾ, ਇੱਕ ਤਾਂ ਤੂੰ ਜੱਟ ਹੈ, ਜੱਟ ਨੂੰ ਅਕਲ ਨਹੀਂ ਹੁੰਦੀ ਪੂਜਾ ਕਰਨ ਦੀ, ਨਾ ਜੱਟ ਨੂੰ ਠਾਕੁਰ ਰੱਖਣ ਦਾ ਹੱਕ ਹੈ। ਦੂਸਰਾ, ਤੂੰ ਅਨਪੜ੍ਹ ਹੈ। ਵਿਦਿਆਹੀਨ ਪੁਰਸ਼ ਪਸ਼ੂ ਦਾ ਜਨਮ ਹੁੰਦਾ ਹੈ। ਤੀਸਰਾ, ਮੰਦਰ ਤੋਂ ਬਿਨਾਂ ਠਾਕੁਰ ਨਾ ਕਿਤੇ ਰਹਿੰਦੇ ਤੇ ਨਾ ਪ੍ਰਸੰਨ ਹੁੰਦੇ ਨੇ। ਇਸ ਵਾਸਤੇ ਤੂੰ ਜਿੱਦ ਨਾ ਕਰ, ਆਪਣੇ ਖੇਤਾਂ ਦੀ ਦੇਖਭਾਲ ਕਰ। ਬ੍ਰਾਹਮਣ ਦਾ ਧਰਮ ਹੈ ਪੂਜਾ ਪਾਠ ਕਰਨਾ, ਜੱਟ ਦਾ ਕੰਮ ਹੈ ਅੰਨ ਪੈਦਾ ਕਰਨਾ। ਭਾਈ, ਤੁਸੀਂ ਲੋਕ ਹਲ ਵਾਹੁੰਦੇ ਤੇ ਰੰਬੀਆਂ ਨਾਲ ਗੋਡੀਆਂ ਕਰਦੇ ਹੀ ਚੰਗੇ ਜੇ। ਐਵੇਂ ਪੂਜਾ ਵਾਲੇ ਪਾਸੇ ਦਾ ਖਿਆਲ ਨਾ ਕਰ, ਪਛਤਾਏਂਗਾ। ਬ੍ਰਾਹਮਣ ਨੇ ਇੱਧਰ ਉੱਧਰ ਦੀਆਂ ਮਾਰ ਕੇ ਬਹੁਤ ਸਮਝਾਉਣ ਦਾ ਯਤਨ ਕੀਤਾ, ਪਰ ਧੰਨਾ ਨਾ ਮੰਨਿਆ। ਉਹ ਜਿੱਦ ਉੱਤੇ ਅੜਿਆ ਰਿਹਾ। ਪੰਡਤ ਮਾੜੂਆ ਜਿਹਾ ਸੀ, ਧੰਨਾ ਚੜ੍ਹਦੀ ਜਵਾਨੀ ਦਾ ਗੱਭਰੂ। ਬ੍ਰਾਹਮਣ ਨੂੰ ਫਿਕਰ ਪੈ ਗਿਆ ਕਿ ਕਿਤੇ ਮੌਰ ਹੀ ਨਾ ਸੇਕ ਦੇਵੇ। ਇਸ ਵਾਸਤੇ ਉਸਨੇ ਡਰ ਦੇ ਮਾਰੇ ਆਖਿਆ, ਅੱਛਾ ਧੰਨਿਆ, ਜਿੱਦ ਕਰਦਾ ਹੈ ਤਾਂ ਤੈਨੂੰ ਇੱਕ ਠਾਕੁਰ ਦੇ ਹੀ ਦਿੰਦਾ ਹਾਂ। ਇਹ ਆਖ ਕੇ ਬ੍ਰਾਹਮਣ ਨੇ ਧੰਨੇ ਨੂੰ ਟਾਲਣ ਵਾਸਤੇ ਠਾਕੁਰ ਪੱਥਰ ਸਾਲਗ੍ਰਾਮ ਜੋ ਮੰਦਰ ਵਿੱਚ ਵਾਧੂ ਪਿਆ ਸੀ ਚੁੱਕ ਕੇ ਧੰਨੇ ਦੇ ਹਵਾਲੇ ਕਰ ਦਿੱਤਾ। ਨਾਲ ਹੀ ਉਸ ਨੂੰ ਪੂਜਾ ਪਾਠ ਕਰਨ ਦੀ ਵਿਧੀ ਦੱਸ ਦਿੱਤੀ। ਪੂਜਾ ਭਰੋਸੇ ਨਾਲ ਕਰੀ, ਮਨ ਲਾ ਕੇ। ਇਹ ਵੀ ਆਖ ਦਿੱਤਾ। ਚਾਦਰ ਨਾਲ ਵਲੇਟ ਕੇ ਧੰਨਾ ਠਾਕੁਰ ਨੂੰ ਘਰ ਲੈ ਗਿਆ, ਅੰਦਰ ਰੱਖ ਦਿੱਤਾ। ਉਸ ਵੇਲੇ ਤਰਖਾਣ ਵੱਲ ਗਿਆ। ਇੱਕ ਲੱਕੜ ਦੀ ਚੌਂਕੀ ਬਣਵਾਈ। ਉਸ ਚੌਂਕੀ ਨੂੰ ਧੋ ਕੇ ਉਹਦੇ ਉੱਤੇ ਠਾਕੁਰ ਨੂੰ ਟਿਕਾ ਦਿੱਤਾ। ਰਾਤ ਧੰਨੇ ਨੂੰ ਨੀਂਦ ਨਾ ਪਈ। ਉਹ ਮਨ ਹੀ ਮਨ ਵਿੱਚ ਗਿੱਟੀਆਂ ਗਿਣਦਾ ਰਿਹਾ ਕਿ ਸਵੇਰੇ ਉੱਠ ਕੇ ਉਹ ਕਿਵੇਂ ਠਾਕੁਰਾਂ ਨੂੰ ਪ੍ਰਸੰਨ ਕਰੇਗਾ। ਜੇ ਠਾਕੁਰ ਪ੍ਰਸੰਨ ਹੋ ਵੀ ਜਾਣਗੇ ਤਾਂ ਕੀ ਮੰਗੇਗਾ? ਘਰ ਵਿੱਚ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ? ਜੇ ਲੋੜਾਂ ਬਹੁਤੀਆਂ ਹਨ ਤਾਂ ਪਹਿਲਾਂ ਕੀ ਚਾਹੀਦਾ ਹੈ? ਇਹੋ ਜਿਹੀਆਂ ਦਲੀਲਾਂ ਤੇ ਸੋਚਾਂ ਵਿੱਚ ਹੀ ਰਾਤ ਲੰਘ ਗਈ। ਕੁੱਕੜ ਨੇ ਬਾਂਗ ਦਿੱਤੀ ਤਾਂ ਮੰਜੇ ਉੱਤੋਂ ਉੱਠ ਬੈਠਾ। ਪਹਿਲਾਂ ਆਪ ਇਸ਼ਨਾਨ ਕੀਤਾ, ਫਿਰ ਠਾਕੁਰ ਨੂੰ ਇਸ਼ਨਾਨ ਕਰਾਇਆ। ਜਦੋਂ ਇਸ਼ਨਾਨ ਹੋ ਗਏ ਤਾਂ ਕਿੰਨਾ ਚਿਰ ਹੱਥ ਜੋੜ ਕੇ ਠਾਕੁਰ ਅੱਗੇ ਬੈਠਾ ਰਿਹਾ। ਵਿਦਿਆਹੀਣ ਸੀ, ਪੂਜਾ ਪਾਠ ਤਾਂ ਕੋਈ ਆਉਂਦਾ ਨਹੀਂ ਸੀ, ਇਸ ਕਰਕੇ ਉਹ ਚੁੱਪ ਬੈਠਾ ਸੀ। ਪਰ ਸ਼ਰਧਾ ਨਾਲ ਉਸ ਦੀ ਆਤਮਾ ਕਹਿ ਰਹੀ ਸੀ, ਠਾਕੁਰ ਬਹੁਤੇ ਚੰਗੇ ਜੇ, ਜਗਤ ਦੇ ਹਰਤਾ ਕਰਤਾ ਜੇ।
ਮੈਨੂੰ ਸੁੱਖ ਦਿਓ, ਮੈਂ ਤੁਸਾਂ ਨੂੰ ਭੋਗ ਲਗਾਵਾਂਗਾ। ਧੰਨਾ ਇਕੱਲਾ ਸੀ, ਘਰ ਦੇ ਕੰਮ ਉਸ ਨੂੰ ਆਪ ਕਰਨੇ ਪੈਂਦੇ ਸਨ। ਠਾਕੁਰਾਂ ਨੂੰ ਇਸ਼ਨਾਨ ਕਰਾ ਕੇ ਉਹਨਾਂ ਅੱਗੇ ਭਗਤੀ ਭਾਵ ਨਾਲ ਬੈਠ ਕੇ ਦਿਨ ਚੜ੍ਹੇ ਉੱਠਿਆ। ਲੱਸੀ ਰਿੜਕੀ, ਰੋਟੀਆਂ ਪਕਾਈਆਂ, ਜੋ ਮੱਖਣ ਕੱਢਿਆ ਉਹ ਕੌਲੀ ਵਿੱਚ ਪਾ ਕੇ ਰੱਖ ਦਿੱਤਾ। ਥਾਲੀ ਵਿੱਚ ਰੋਟੀ ਰੱਖ ਲਈ, ਲੱਸੀ ਛੰਨੇ ਵਿੱਚ ਪਾ ਕੇ ਧੰਨੇ ਨੇ ਠਾਕੁਰ ਅੱਗੇ ਅਰਦਾਸ ਕੀਤੀ, ਹੇ ਪ੍ਰਭੂ ਜੀ, ਭੋਗ ਲਾਵੋ। ਮੇਰੇ ਗਰੀਬ ਕੋਲ ਰੋਟੀ, ਲੱਸੀ ਤੇ ਮੱਖਣ ਹੀ ਹੈ, ਹੋਰ ਕੁਝ ਨਹੀਂ। ਮੈਂ ਗਰੀਬ ਆਦਮੀ ਹਾਂ। ਜਦੋਂ ਹੋਰ ਚੀਜ਼ਾਂ ਬਖਸ਼ੋਗੇ ਤਾਂ ਉਹ ਚੀਜ਼ਾਂ ਆਪ ਅੱਗੇ ਪਰੋਸ ਕੇ ਰੱਖਿਆ ਕਰਾਂਗਾ। ਛਕੋ ਠਾਕੁਰ ਜੀ। ਇਉਂ ਆਖ ਕੇ ਉਹ ਬੈਠਾ ਦੇਖਦਾ ਰਿਹਾ। ਹੁਣ ਪੱਥਰ ਭੋਜਨ ਕਿਵੇਂ ਕਰੇ? ਬ੍ਰਾਹਮਣ ਤਾਂ ਠਾਕੁਰ ਦੇ ਭੋਗ ਦਾ ਪੱਜ ਲਾ ਕੇ ਸਾਰੀ ਸਮੱਗਰੀ ਘਰੇ ਲੈ ਜਾਂਦਾ ਸੀ। ਇੱਕ ਬੁਰਕੀ ਪੱਥਰ ਦੇ ਮੂੰਹ ਨੂੰ ਲਾਉਣੀ ਤੇ ਥਾਲ ਚੁੱਕ ਕੇ ਘਰ ਨੂੰ ਤੁਰ ਜਾਣਾ। ਭੋਲੇ ਧੰਨੇ ਨੂੰ ਇਹਨਾਂ ਚਲਾਕੀਆਂ ਦਾ ਕੁਝ ਪਤਾ ਨਹੀਂ ਸੀ। ਉਹ ਤਾਂ ਬ੍ਰਾਹਮਣ ਦੇ ਬਚਨਾਂ ਨੂੰ ਸੱਚਿਆ ਸਮਝਦਾ ਸੀ। 2 ਘੰਟੇ ਹੋ ਗਏ, ਠਾਕੁਰ ਨੇ ਧੰਨੇ ਦਾ ਪ੍ਰਸ਼ਾਦ ਨਾ ਛਕਿਆ। ਧੰਨਾ ਬਹੁਤ ਹੈਰਾਨ ਹੋਇਆ। ਉਹ ਬਹਿਬਲ ਹੋ ਕੇ ਆਖਣ ਲੱਗਾ, ਹੇ ਪ੍ਰਭੂ, ਕੀ ਜੱਟ ਦਾ ਪ੍ਰਸ਼ਾਦਾ ਆਪ ਨਹੀਂ ਛਕਦੇ? ਇਹ ਸੁੱਚਾ ਹੈ, ਮੈਂ ਇਸ਼ਨਾਨ ਕਰਕੇ ਪਕਾਇਆ ਹੈ। ਜੇ ਲੱਸੀ ਤੇ ਮੱਖਣ ਨਹੀਂ ਚੰਗਾ ਲੱਗਦਾ ਤਾਂ ਦੱਸੋ, ਮੈਂ ਹੋਰ ਕੀ ਲਿਆਵਾਂ? ਦਾਦਾ ਤਾਂ ਐਨਾ ਚਿਰ ਨਹੀਂ ਸੀ ਉਡੀਕਦਾ, ਉਹਦਾ ਪ੍ਰਸ਼ਾਦਾ ਝਟਪਟ ਛਕ ਲੈਂਦੇ। ਸੋ ਪ੍ਰਭੂ ਕਿਰਪਾ ਕਰੋ। ਹਾਂ, ਇਹ ਵੀ ਜੇ ਪੱਕਾ ਸਮਝੋ, ਜੇ ਆਪ ਨੇ ਪ੍ਰਸ਼ਾਦਾ ਨਾ ਛਕਿਆ ਤਾਂ ਮੈਂ ਵੀ ਨਹੀਂ ਜੇ ਛਕਣਾ। ਮਰ ਜਾਵਾਂਗਾ, ਪਰ ਤੁਸਾਂ ਨੂੰ ਛਕਾਏ ਬਗੈਰ ਨਹੀਂ ਛਕਾਂਗਾ। ਮੈਂ ਬਚਨ ਦਿੰਦਾ ਹਾਂ, ਮੈਂ ਜੱਟ ਹਾਂ, ਜਿੱਦ ਨਹੀਂ ਛੱਡਾਂਗਾ। ਜੇ ਤੇਰਾ ਧਰਮ ਸਿਰਫ ਬ੍ਰਾਹਮਣਾਂ ਕੋਲੋਂ ਖਾਣਾ ਹੈ ਤਾਂ ਸਾਡਾ ਧਰਮ ਹੈ ਜਿੱਦ ਬਦਲੇ ਕੁਰਬਾਨ ਹੋ ਜਾਣਾ। ਪ੍ਰਸ਼ਾਦ ਛਕੋ, ਨਹੀਂ ਤਾਂ ਮੈਂ ਧਰਨਾ ਮਾਰ ਕੇ ਬੈਠ ਜਾਂਦਾ ਹਾਂ। ਇਹ ਆਖ ਕੇ ਧੰਨੇ ਨੇ ਚੌਂਕੜੀ ਮਾਰ ਲਈ ਤੇ ਠਾਕੁਰ ਵੱਲ ਦੇਖਦਾ ਹੋਇਆ ਬੈਠ ਗਿਆ। ਪ੍ਰਭੂ ਨੇ ਸੋਚਿਆ, ਹੁਣ ਤਾਂ ਪੱਥਰ ਵਿੱਚੋਂ ਪ੍ਰਗਟ ਹੋਣਾ ਪਏਗਾ। ਧੰਨੇ ਦੀ ਆਤਮਾ ਨਿਰਮਲ ਹੈ, ਇਹ ਵਲਛਲ ਨਹੀਂ ਜਾਣਦਾ। ਇਸ ਦਾ ਪੱਕਾ ਭਰੋਸਾ ਬਣ ਗਿਆ ਹੈ ਕਿ ਠਾਕੁਰ ਭੋਜਨ ਛਕਦੇ ਨੇ। ਹੁਣ ਕਿਸੇ ਦੇ ਸਮਝਾਇਆ ਨਹੀਂ ਸਮਝਣਾ। ਇਹ ਮੇਰਾ ਸੱਚਾ ਭਗਤ ਹੈ, ਇਸ ਦੀ ਲੱਸੀ ਪੀਣੀ ਪਵੇਗੀ। ਜੇ ਪੱਥਰ ਅੱਗੇ ਜੱਟ ਮਰ ਗਿਆ ਤਾਂ ਸੰਸਾਰ ਮੇਰੀ ਭਗਤੀ ਛੱਡ ਦੇਵੇਗਾ। ਧੰਨਾ ਦੇਖਦਾ ਰਿਹਾ। ਉਸ ਦੀਆਂ ਅੱਖਾਂ ਠਾਕੁਰ ਜੀ ਉੱਪਰ ਜੰਮੀਆਂ ਹੋਈਆਂ ਸਨ। 1 ਘੰਟਾ ਹੋਰ ਬੀਤਣ ਪਿੱਛੋਂ ਧੰਨਾ ਕੀ ਦੇਖਦਾ ਹੈ ਕਿ ਅਚਾਨਕ ਹੀ ਸ਼੍ਰੀ ਕ੍ਰਿਸ਼ਨ ਰੂਪ ਭਗਵਾਨ ਜੀ ਧੰਨੇ ਦੀ ਰੋਟੀ ਮੱਖਣ ਨਾਲ ਖਾ ਰਹੇ ਸੀ, ਲੱਸੀ ਪੀ ਰਹੇ ਨੇ। ਧੰਨਾ ਖੁਸ਼ੀ ਨਾਲ ਉਛਲ ਪਿਆ। ਮੇਰੇ ਪ੍ਰਭੂ ਆ ਗਏ, ਭੋਜਨ ਛਕਣ ਲੱਗ ਪਏ। ਮੇਰੇ ਪ੍ਰਭੂ ਧੰਨੇ ਦੀ ਸਾਰੀ ਲੱਸੀ ਪੀ ਲਈ, ਰੋਟੀ ਤੇ ਮੱਖਣ ਖਾ ਲਿਆ। ਥੋੜਾ ਥੋੜਾ ਸ਼ੀਤ ਪ੍ਰਸਾਦਾ ਰਹਿਣ ਦਿੱਤਾ। ਰੋਟੀ ਖਾ ਕੇ ਭਗਵਾਨ ਜੀ ਬੋਲੇ, ਧੰਨਿਆ ਕੁਝ ਮੰਗ, ਮੈਂ ਤੇਰੇ ਤੇ ਖੁਸ਼ ਹਾਂ, ਮੰਗ। ਧੰਨੇ ਨੇ ਹੱਥ ਜੋੜੇ ਬਾਣੀ ਰਾਹੀਂ ਬੇਨਤੀ ਕੀਤੀ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਰਹਾਉ ਦਾਲ ਸੀਦਾ ਮਾਂਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆ ਸਾਧਨ ਨੀਕਾ, ਅਨਾਜ ਮੰਗੋ ਸਤ ਸੀਕਾ। ਗਊ ਭੈਂਸ ਮੰਗੋ ਲਾਵੇਰੀ, ਇਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੇ ਮੰਗੀ। ਪਰਮਾਰਥ, ਹੇ ਪ੍ਰਭੂ, ਮੈਂ ਤੇਰੀ ਵਡਿਆਈ ਕਰਦਾ ਹਾਂ, ਕਿਉਂਕਿ ਜੋ ਤੇਰੀ ਆਰਤੀ ਉਸਤਤ ਕਰਦੇ ਹਨ, ਤੂੰ ਉਹਨਾਂ ਦੇ ਕੰਮ ਸਵਾਰ ਦਿੰਦਾ ਹੈ। ਮੈਨੂੰ ਕੁਝ ਮੰਗਣ ਵਾਸਤੇ ਆਖਿਆ ਈ, ਮੈਂ ਤਾਂ ਲੋੜੀਂਦੀਆਂ ਚੀਜ਼ਾਂ ਮੰਗਦਾ ਹਾਂ। ਆਟਾ, ਦਾਲ ਤੇ ਘਿਓ ਦਿਓ, ਮੈਂ ਪ੍ਰਸੰਨ ਹੋਵਾਂਗਾ। ਜੇ ਜੁੱਤੀ, ਕੱਪੜਾ, ਅਨਾਜ 7 ਭਾਂਤਾਂ ਦਾ, ਗਊ ਜਾਂ ਮੱਝ ਲਵੇਰੀ, ਸਵਾਰੀ ਕਰਨ ਵਾਸਤੇ ਘੋੜੀ ਤੇ ਘਰ ਦੀ ਦੇਖਭਾਲ ਕਰਨ ਵਾਸਤੇ ਇੱਕ ਸੁੰਦਰ ਨਾਰੀ ਮੈਨੂੰ ਬਖਸ਼ੋ। ਇਹ ਸਾਰੀਆਂ ਚੀਜ਼ਾਂ ਮਿਲ ਜਾਣ ਤਾਂ ਮੇਰੇ ਸਾਰੇ ਕੰਮ ਠੀਕ ਹੋ ਜਾਣ। ਧੰਨਾ ਜੀ ਦੇ ਇਹ ਬਚਨ ਸੁਣ ਕੇ ਪ੍ਰਭੂ ਹੱਸ ਪਏ। ਹੱਸਦੇ ਹੋਏ ਵੀ ਬੋਲੇ, ਇਹ ਸਾਰੀਆਂ ਚੀਜ਼ਾਂ ਤੈਨੂੰ ਮਿਲ ਜਾਣਗੀਆਂ, ਹੋਰ ਕੁਝ? ਹੋਰ ਕੀ ਦੱਸਾਂ ਤੇ ਕੀ ਮੰਗਾਂ? ਹਾਂ, ਜਦੋਂ ਮੈਂ ਯਾਦ ਕਰਾਂ ਤਦੋਂ ਦਰਸ਼ਨ ਜ਼ਰੂਰ ਦੇ ਜਾਇਆ ਕਰਨੇ। ਜੇ ਕੋਈ ਹੋਰ ਲੋੜ ਹੋਇਆ ਕਰੇਗੀ ਤਾਂ ਦੱਸਿਆ ਕਰਾਂਗਾ। ਬਚਨ ਦਿਓ ਕਿ ਮੇਰੇ ਯਾਦ ਕਰਨ ਤੇ ਜ਼ਰੂਰ ਦਰਸ਼ਨ ਦਿਆ ਕਰੋਗੇ। ਅੱਛਾ, ਤੇਰੀ ਇਹ ਗੱਲ ਮੰਨਦੇ ਹਾਂ, ਭਗਵਾਨ ਨੇ ਆਖਿਆ। ਹੇ ਪ੍ਰਭੂ, ਜੇ ਮੇਰੀ ਇਹ ਗੱਲ ਮੰਨਦੇ ਹੋ ਤਾਂ ਧੰਨਾ ਅੱਜ ਤੋਂ ਤੁਸਾਂ ਦਾ ਸੇਵਕ ਹੋਇਆ, ਸਾਰੀ ਉਮਰ ਭਗਤੀ ਵਿੱਚ ਹੀ ਬਤੀਤ ਕਰੇਗਾ। ਤੁਸਾਂ ਦੇ ਨਾਂ ਤੋਂ ਬਿਨਾਂ ਹੋਰ ਕਿਸੇ ਦਾ ਨਾਂ ਨਹੀਂ ਲਵੇਗਾ। ਧੰਨਾ ਇਉਂ ਆਖੀ ਗਿਆ। ਖੁਸ਼ੀ ਨਾਲ ਉਹ ਦੀਵਾਨਾ ਹੋ ਗਿਆ ਸੀ। ਉਸ ਦੀਆਂ ਅੱਖਾਂ ਮੀਟੀਆਂ ਗਈਆਂ ਸਨ। ਜਦ ਉਸਨੇ ਅੱਖਾਂ ਖੋਲੀਆਂ ਤਾਂ ਪ੍ਰਭੂ ਜੀ ਅਲੋਪ ਹੋ ਚੁੱਕੇ ਸਨ। ਉਹ ਪੱਥਰ ਦਾ ਸਾਲਗ੍ਰਾਮ ਉਸ ਸਾਹਮਣੇ ਪਿਆ ਸੀ। ਖੁਸ਼ੀ ਨਾਲ ਉੱਠਿਆ, ਬਰਤਨ ਚੁੱਕੇ, ਭਾਂਡਿਆਂ ਵਿੱਚ ਜੋ ਪੁਸੀਤ ਪ੍ਰਸਾਦਾ ਬਚਿਆ ਸੀ ਉਹ ਖਾ ਲਿਆ ਤੇ ਨਿਹਾਲ ਹੋ ਗਿਆ। ਉਸ ਨੂੰ ਪ੍ਰਸ਼ਾਦ
ਖਾਣ ਉੱਤੇ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ। ਉਹ ਪ੍ਰਭੂ ਦੇ ਗੀਤ ਗਾਉਣ ਲੱਗਾ। ਐਸੀ ਨਾਮ ਖੁਮਾਰੀ ਚੜੀ ਕਿ ਉਹਦੇ ਚਿਹਰੇ ਦਾ ਰੰਗ ਹੋਰ ਹੋ ਗਿਆ। ਦਿਸਦਾ ਜਗਤ ਸੋਹਣਾ ਲੱਗਾ। ਪ੍ਰਭੂ ਦੇ ਪ੍ਰਗਟ ਹੋਣ ਦੇ ਥੋੜੇ ਦਿਨਾਂ ਪਿੱਛੋਂ ਹੀ ਧੰਨੇ ਦੇ ਘਰ ਸਭ ਕੁਝ ਆ ਗਿਆ। ਇੱਕ ਚੰਗੇ ਅਮੀਰ ਦੇ ਘਰ ਉਸਦੀ ਸ਼ਾਦੀ ਹੋ ਗਈ। ਫਸਲ ਵੀ ਬਹੁਤ ਹੋਈ। ਉਸ ਦੀਆਂ ਅਣਬੀਜੀਆਂ ਪੈਲੀਆਂ ਵਿੱਚ ਅਨਾਜ ਵੀ ਉੱਗ ਪਿਆ। ਧੰਨਾ ਪ੍ਰਭੂ ਦੀ ਵਡਿਆਈ ਕਰਨ ਲੱਗਾ। ਲੋਕ ਧੰਨੇ ਦੀ ਮਹਿਮਾ ਵਰਣਨ ਕਰਨ ਲੱਗ ਪਏ। ਸਾਰੇ ਆਖਣ ਧੰਨਾ ਭਗਤ ਹੋ ਗਿਆ। ਉਸ ਦਾ ਦਰਸ਼ਨ ਕਰਕੇ ਲੋਕ ਨਿਹਾਲ ਹੋਣ ਲੱਗੇ। ਧੰਨੇ ਨੂੰ ਕਿਸੇ ਆਖਿਆ ਕਿ ਭਾਵੇਂ ਪ੍ਰਭੂ ਤੇਰੇ ਆਖੇ ਲੱਗਦਾ ਹੈ, ਫਿਰ ਵੀ ਗੁਰੂ ਧਾਰਨ ਕਰਨਾ ਚਾਹੀਦਾ ਹੈ। ਜਦੋਂ ਉਸ ਪੁਰਸ਼ ਨੂੰ ਧੰਨੇ ਨੇ ਪੁੱਛਿਆ ਕਿ ਕਿਸ ਨੂੰ ਗੁਰੂ ਧਾਰਨ ਕਰਾਂ, ਤਾਂ ਉਸ ਬੰਦੇ ਨੇ ਸਵਾਮੀ ਰਾਮਾਨੰਦ ਜੀ ਦਾ ਨਾਮ ਲਿਆ। ਕੁਦਰਤ ਨਾਲ ਸਵਾਮੀ ਰਾਮਾਨੰਦ ਜੀ ਉੱਧਰ ਆ ਨਿਕਲੇ। ਧੰਨੇ ਨੇ ਸਾਧੂ ਸਮਾਜ ਦੀ ਸੇਵਾ ਕੀਤੀ। ਸੇਵਾ ਕਰਨ ਦੇ ਪਿੱਛੋਂ ਭੇਟਾਂ ਵਾਸਤੇ ਬੇਨਤੀ ਕੀਤੀ। ਸਵਾਮੀ ਰਾਮਾਨੰਦ ਜੀ ਨੇ ਧੰਨੇ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਭੇਟਾ ਦੇ ਕੇ ਧੰਨੇ ਨੂੰ ਆਪਣਾ ਚੇਲਾ ਬਣਾ ਲਿਆ। ਧੰਨਾ ਕਿਰਤ ਕਰਦਾ ਹੋਇਆ ਰਾਮ ਨਾਮ ਦਾ ਸਿਮਰਨ ਕਰਨ ਲੱਗਾ। ਮੌਜ ਵਿੱਚ ਆ ਕੇ ਕਈ ਵਾਰ ਧੰਨਾ ਪ੍ਰੇਮ ਪਾਤੀ ਰਾਹੀਂ ਭਗਵਾਨ ਨੂੰ ਆਪਣੇ ਕੋਲ ਸੱਦ ਲੈਂਦਾ ਅਤੇ ਉਸ ਕੋਲੋਂ ਕੰਮ ਕਰਵਾਉਂਦਾ। ਇੱਕ ਵਾਰ ਭਗਤ ਧੰਨਾ ਜੀ ਸਾਉਣੀ ਦੀ ਫਸਲ ਮੂੰਗੀ ਮੋਠ ਆਦਿ ਬੀਜਣ ਵਾਸਤੇ ਆਪਣੇ ਖੇਤਾਂ ਨੂੰ ਜਾ ਰਹੇ ਸਨ। ਸਿਰ ਉੱਪਰ ਬੀਜ ਦੀ ਪੰਡ ਚੁੱਕੀ ਹੋਈ ਸੀ ਅਤੇ ਰਸਤੇ ਵਿੱਚ ਕੁਝ ਸਾਧੂਆਂ ਦੀ ਟੋਲੀ ਮਿਲੀ ਜੋ ਕੁਝ ਦਿਨਾਂ ਤੋਂ ਭੁੱਖੇ ਸਨ, ਪਰ ਕਿਸੇ ਕੋਲ ਮੰਗ ਕੇ ਨਹੀਂ ਸਨ ਖਾਂਦੇ। ਤਦ ਭਗਤ ਧੰਨਾ ਜੀ ਨੇ ਮੂੰਗੀ ਅਤੇ ਮੋਠਾਂ ਨਾਲ ਉਹਨਾਂ ਦੀਆਂ ਤੂੰਬੀਆਂ ਭਰ ਦਿੱਤੀਆਂ ਤੇ ਕਿਹਾ ਕਿ ਮੇਰੇ ਕੋਲ ਤਾਂ ਇਹੋ ਹੀ ਹਾਜ਼ਰ ਹੈ, ਤੁਸੀਂ ਆਪ ਹੀ ਉਬਾਲ ਕੇ ਛਕ ਲੈਣਾ। ਉਹ ਸੰਤੋਖੀ ਸਾਧੂ ਆਪਣੀਆਂ ਤੂੰਬੀਆਂ ਵਿੱਚ ਮੂੰਗੀ ਮੋਠ ਪਵਾ ਕੇ ਚਲੇ ਗਏ। ਤਦ ਭਗਤ ਧੰਨਾ ਜੀ ਨੇ ਸੋਚਿਆ ਕਿ ਹੁਣ ਮੇਰੇ ਕੋਲ ਬੀਜਣ ਵਾਸਤੇ ਕੋਈ ਬੀਜ ਨਹੀਂ ਹੈ। ਫਿਰ ਖਿੱਲਰੇ ਹੋਏ ਰੋੜ ਇਕੱਠੇ ਕਰਕੇ ਇੱਕੋ ਹੀ ਖੇਤ ਵਿੱਚ ਕੇਰ ਦਿੱਤੇ। ਪਰਮੇਸ਼ਰ ਦੀ ਕਿਰਪਾ ਨਾਲ ਤੂੰਬਿਆਂ ਦੀਆਂ ਵੇਲਾਂ ਉਗ ਆਈਆਂ। ਤਦ ਭਗਤ ਧੰਨਾ ਜੀ ਨੇ ਕਿਹਾ, ਚਲੋ ਸਾਧੂ ਮਹਾਤਮਾ ਨੂੰ ਪਾਣੀ ਪੀਣ ਵਾਸਤੇ ਤੂੰਬੇ ਦੇ ਦਿਆਂਗੇ, ਤੇ ਉੱਥੇ ਹੀ ਕੁੱਲੀ ਪਾ ਕੇ ਭਜਨ ਕਰਨ ਲੱਗ ਪਏ। ਜਦੋਂ ਤੂੰਬੇ ਪੱਕਣ ਤੇ ਆਏ ਤਾਂ ਉਸ ਵੇਲੇ ਕੋਈ ਸ਼ਾਹੂਕਾਰ ਘੋੜੀ ਤੇ ਚੜਿਆ ਜਾਂਦਾ ਸੀ। ਉਸ ਦੀ ਵਛੇਰੀ ਹਰੇ ਵਾਲੇ ਖੇਤ ਦੇਖ ਕੇ ਭਗਤ ਧੰਨਾ ਜੀ ਦੇ ਖੇਤ ਵਿੱਚ ਜਾ ਵੜੀ। ਭਗਤ ਜੀ ਖੜਾਕ ਸੁਣ ਕੇ ਜਦੋਂ ਬਾਹਰ ਆਏ ਤਾਂ ਵਛੇਰੀ ਡਰ ਕੇ ਘੋੜੀ ਨਾਲ ਜਾ ਰਲੀ। ਜਦੋਂ ਭਗਤ ਧੰਨਾ ਜੀ ਨੇ ਖੇਤ ਵਿੱਚ ਜਾ ਕੇ ਦੇਖਿਆ ਕਿ ਜੋ ਤੂੰਬੇ ਵਛੇਰੀ ਦੇ ਪੈਰਾਂ ਨਾਲ ਹੇਠਾਂ ਆ ਕੇ ਭੱਜੇ ਸਨ, ਉਹ ਮੋਠਾਂ ਦੇ ਭਰੇ ਪਏ ਸਨ। ਇਹ ਵੇਖ ਕੇ ਹੈਰਾਨ ਹੋਏ ਕਿ ਪਰਮੇਸ਼ਰ ਆਪ ਹੀ ਸਾਰਿਆਂ ਦਾ ਪਾਲਣ ਪੋਸ਼ਣ ਕਰਦਾ ਹੈ। ਉਸ ਸਮੇਂ ਭਗਤ ਧੰਨਾ ਜੀ ਨੇ ਇਹ ਬਾਣੀ ਉਚਾਰੀ, ਰੇ ਚਿਤ ਚੇਤਸ ਕੀ ਨਾ ਦਿਆਲ, ਦਮੋਦਰ ਭਵੇ ਨ ਜਾਣਿਸ ਕੋਈ, ਜੇ ਧਾਵੈ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਰਹਾਉ। ਇੱਕ ਦਿਨ ਇੱਕ ਚਿੱਤ ਹੋ ਕੇ ਭਗਵਾਨ ਨੂੰ ਯਾਦ ਕੀਤਾ ਤੇ ਮਨ ਵਿੱਚ ਮੌਜ ਆਈ ਕਿ ਭਗਵਾਨ ਉਸ ਦੀਆਂ ਗਊਆਂ ਦਾ ਚਰਵਾਲਾ ਬਣੇ। ਭਗਤਾਂ ਦੇ ਮਨ ਦੀ ਪਰਮਾਤਮਾ ਜਾਣਦਾ ਹੈ। ਉਸ ਵੇਲੇ ਧੰਨੇ ਭਗਤ ਨੂੰ ਕੰਮ ਸੀ ਤੇ ਗਊਆਂ ਚਰ ਰਹੀਆਂ ਸਨ। ਅਚਾਨਕ ਇੱਕ ਬਾਲਕ ਦੇ ਰੂਪ ਵਿੱਚ ਭਗਵਾਨ ਜੀ ਪ੍ਰਗਟ ਹੋਏ ਤੇ ਉਸ ਨੂੰ ਆਖਣ ਲੱਗੇ, ਹੇ ਭਗਤਾ, ਤੇਰੀ ਭਗਤੀ ਦਾ ਸਮਾਂ ਹੈ। ਕਰ ਸਾਧੂ ਆਏ ਹਨ, ਉਹਨਾਂ ਦੀ ਸੇਵਾ ਕਰ। ਤੇਰੀਆਂ ਗਊਆਂ ਮੈਂ ਚਾਰਦਾ ਹਾਂ। ਭਗਤ ਨੇ ਉਸ ਬਾਲਕ ਵੱਲ ਦੇਖਿਆ। ਉਸ ਦੀ ਸ਼ਕਲ ਸੂਰਤ ਅਨੋਖੀ ਸੀ। ਪਹਿਲਾਂ ਤਾਂ ਭਗਤ ਝਿਜਕਿਆ ਕਿ ਕੋਈ ਗਊਆਂ ਹਿੱਕ ਕੇ ਹੀ ਨਾ ਅੱਗੇ ਤੁਰਦਾ ਹੋਏ। ਪਿੱਛੋਂ ਭਰੋਸਾ ਕੀਤਾ ਤੇ ਆਖਿਆ, ਕੀ ਪਤਾ ਭਗਵਾਨ ਦੀ ਕੀ ਲੀਲਾ ਹੈ। ਇਹ ਆਖ ਕੇ ਘਰ ਗਿਆ ਤਾਂ ਘਰ ਸੱਚ ਹੀ ਸਾਧੂ ਆਏ ਸਨ ਤੇ ਉਹਨਾਂ ਸਾਧੂਆਂ ਨਾਲ ਉਹ ਬਾਲਕ ਬੈਠਾ ਸੀ ਜਿਸ ਨੂੰ ਭਗਤ ਜੂਹ ਵਿੱਚ ਛੱਡ ਕੇ ਆਇਆ ਸੀ। ਹੈਰਾਨ ਹੋਇਆ ਤੇ ਚਰਨੀ ਲੱਗ ਗਿਆ। ਭਗਤਾ ਗਊਆਂ ਤਾਂ ਚਾਰ ਰਹੇ ਹਾਂ, ਇਹ ਵੀ ਮਨ ਵਿੱਚ ਇੱਛਾ ਕੀਤੀ ਕਿ ਭਗਵਾਨ ਖੂਹ ਉੱਤੇ ਤੇਰੀ ਗੇੜੀ ਹਿੱਕੇ, ਸੋ ਐਸਾ ਹੀ ਹੋਵੇਗਾ। ਇਹ ਆਖ ਕੇ ਭਗਵਾਨ ਅਲੋਪ ਹੋ ਗਿਆ। ਧੰਨਾ ਜੀ ਜਦੋਂ ਖੂਹ ਤੇ ਗਏ ਤਾਂ ਅੱਗੇ ਉਸ ਦੇ ਬੌਲਦ ਜੋਤੇ ਸਨ। ਖੂਹ ਵਗ ਰਿਹਾ ਸੀ ਤੇ ਭਗਵਾਨ ਜੀ ਬਾਲਕ ਰੂਪ ਵਿੱਚ ਬੈਠੇ ਗਾਹੜੀ ਵਾਹ ਰਹੇ ਸਨ। ਭਗਤ ਇਹ ਦੇਖ ਕੇ ਭਗਵਾਨ ਦਾ ਜਸ ਕਰਨ ਲੱਗ ਪਿਆ। ਭਗਤ ਧੰਨਾ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 487, 488 ਅਤੇ 695 ਤੇ ਸੁਭਾਏਮਾਨ ਹੈ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।